प्यारे विद्यार्थियों, स्वागत है तुहाडा मेरे यूट्यूब चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਸਤੀਆਂ ਸੇਈ ਬਾਰੇ ਪੜਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਕਹਾਣੀ ਸੁਣੋ ਤਾਂ ਕਿ ਤੁਹਾਨੂੰ ਕੱਲੇ-ਕੱਲੇ ਕੁਐਸਚਨ ਜਦੋਂ ਪੇਪਰ ਦੇ ਵਿੱਚ ਆਉਣ ਤਾਂ ਉਹਨਾਂ ਬਾਰੇ ਜਾਣਕਾਰੀ ਹੋ ਜੇ। ਤਾਂ ਚਲੋ ਸ਼ੁਰੂ ਕਰਦੇ ਹਾਂ ਸਾਡੀ ਕਹਾਣੀ। ਗੱਡੀ ਵਿੱਚ ਸਫ਼ਰ ਕਰ ਰਹੀ ਲੇਖਿਕਾ ਨੇ ਇੱਕ ਮੰਗਤੇ ਨੂੰ ਗੀਤ ਗਾਉਂਦਿਆਂ ਸੁਣਿਆ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ। ਲੇਖਿਕਾ ਨੇ ਦੇਖਿਆ ਕਿ ਸਟੇਸ਼ਨ ਆ ਗਿਆ ਸੀ ਤੇ ਮੰਗਤਾ ਡੱਬੇ ਵਿੱਚੋਂ ਉਤਰ ਕੇ ਦੂਸਰੇ ਡੱਬੇ ਵਿੱਚ ਚੜ੍ਹ ਗਿਆ। ਲੇਖਿਕਾ ਸੋਚਣ ਲੱਗ ਪਈ ਕਿ ਜਦੋਂ ਸਰਦਾਰ ਭਗਤ ਸਿੰਘ ਨੂੰ ਇਸ ਗਾਣੇ ਅਨੁਸਾਰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੋਵੇਗੀ ਤਾਂ ਉਸ ਦੀ ਮੰਗੇਤਰ ਦੇ ਦਿਲ 'ਤੇ ਕੀ ਵਾਪਰਿਆ ਹੋਵੇਗਾ। ਇਸ ਨੂੰ ਸੋਚਣ ਲਈ ਲੇਖਿਕਾ ਦੇ ਵਿਚਾਰ ਇਸ ਤਰ੍ਹਾਂ ਦੌੜ ਰਹੇ ਸਨ ਜਿਸ ਤਰ੍ਹਾਂ ਗੱਡੀ ਦੇ ਨਾਲ-ਨਾਲ ਧਰਤੀ 'ਤੇ ਰੁੱਖ ਦੌੜ ਰਹੇ ਸਨ। ਲੇਖਿਕਾ ਸੋਚਦੀ ਉਸ ਪਿੰਡ ਚਲੀ ਗਈ ਜਿੱਥੇ ਸਰਦਾਰ ਭਗਤ ਸਿੰਘ ਦੀ ਮੰਗੇਤਰ ਇੱਕ ਸੋਹਣੀ ਕੁੜੀ ਬੈਠੀ ਚਰਖਾ ਕੱਤ ਰਹੀ ਸੀ। ਲੇਖਿਕਾ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਇੱਜ਼ਤ ਖਾਤਰ ਉਸ ਦੀ ਉਮਰ ਇਸੇ ਤਰ੍ਹਾਂ ਬਤੀਤ ਹੋ ਗਈ। ਉਸਨੇ ਮਿਹਨਤ ਕੀਤੀ, ਕੱਤਿਆ, ਪੀਸਿਆ ਤੇ ਮਜ਼ਦੂਰੀ ਕੀਤੀ, ਪਰ ਭਗਤ ਸਿੰਘ ਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ। ਲੇਖਿਕਾ ਦੇ ਪੁੱਛਣ 'ਤੇ ਕਿ ਉਸਦੇ ਮਾਪਿਆਂ ਨੂੰ ਉਸ ਦਾ ਕੋਈ ਖਿਆਲ ਨਹੀਂ ਹੈ ਤਾਂ ਉਸ ਜਵਾਬ ਦਿੱਤਾ, ਇਹ ਕੋਈ 1-2 ਦਿਨਾਂ ਜਾਂ ਮਹੀਨਿਆਂ ਦਾ ਮਾਮਲਾ ਨਹੀਂ ਸੀ, ਇਹ ਤਾਂ ਸਾਰੇ ਜੀਵਨ ਦਾ ਵਾਹ ਸੀ। ਮਾਪੇ ਕਿੰਨਾ ਕੁ ਚਿਰ ਕਰ ਸਕਦੇ ਸਨ। ਫਿਰ ਉਸਨੂੰ ਵੀ ਬੁਰਾ ਭਲਾ ਆਖਦੇ ਜੋ ਵਿਚਕਾਰ ਹੀ ਛੱਡ ਗਿਆ ਸੀ। ਲੇਖਿਕਾ ਨੇ ਕਿਹਾ ਸਰਕਾਰ ਤੋਂ ਉਸਨੂੰ ਸਹਾਇਤਾ ਮਿਲ ਸਕਦੀ ਸੀ। ਉਸ ਜਵਾਬ ਦਿੱਤਾ, ਇੱਕ ਸ਼ਹੀਦ ਦੀ ਮੰਗੇਤਰ ਹੋ ਕੇ ਸਹਾਇਤਾ ਮੰਗਣੀ ਚੰਗੀ ਨਹੀਂ ਲੱਗਦੀ। ਅਜਿਹੀਆਂ ਗੱਲਾਂ ਸੁਣ ਕੇ ਲੇਖਿਕਾ ਦਾ ਦਿਲ ਇਸ ਮਹਾਨ ਕੁੜੀ ਦੇ ਪੈਰ ਚੁੰਮਣ ਲਈ ਕੀਤਾ। ਉਹ ਬਹੁਤ ਸਿਦਕ ਵਾਲੀ ਤੇ ਸੇਡੀ ਸੀ। ਲੇਖਿਕਾ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਮੈਂ ਉਸ ਜਾਨੀ ਸ਼ਹੀਦ ਦੇ ਪਿੰਡ ਕਿਵੇਂ ਜਾ ਸਕਦੀ ਹਾਂ ਜਿਸ ਨੇ ਮੈਨੂੰ ਸਿਹਰੇ ਬੰਨ੍ਹ ਕੇ ਲੈਣ ਆਉਣਾ ਸੀ। ਲੇਖਿਕਾ ਨੇ ਕਿਹਾ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ, ਪਰ ਉਸ ਝੱਟ ਉੱਤਰ ਦਿੱਤਾ ਕਿ ਇਹ ਤਾਂ ਅਜੇ ਕੱਲ੍ਹ ਹੋਈ ਹੈ। ਸ਼ਹੀਦ ਦੀ ਮੰਗੇਤਰ ਨੇ ਦੱਸਿਆ ਇੱਕ ਵਾਰ ਉਸਨੇ ਉਸਨੂੰ ਘਰੋਂ ਬੁਲਾ ਕੇ ਆਖਿਆ ਸੀ, ਮੈਨੂੰ ਅਜੇ ਕੰਮ ਹੈ, ਮੈਂ ਛੇਤੀ ਆ ਕੇ ਵਿਆਹ ਕਰਾਵਾਂਗਾ, ਪਰ ਉਹ ਅਜੇ ਤੱਕ ਨਹੀਂ ਆਏ, ਮੈਂ ਉਡੀਕ ਰਹੀ ਹਾਂ। ਲੇਖਿਕਾ ਨੂੰ ਇੱਕ ਗੀਤ ਯਾਦ ਆਇਆ, ਸਾਡਾ ਘਰ ਸੱਜਣੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਹੀ ਨਾ ਪਾਇਆ। ਇਹਨਾਂ ਸ਼ਬਦਾਂ ਦੀ ਤੜਪ ਉਸਦੇ ਮੂੰਹ ਉੱਤੋਂ ਦਿਖਾਈ ਦੇ ਰਹੀ ਸੀ। ਲੇਖਿਕਾ ਨੇ ਸ਼ਹੀਦ ਦੀ ਮੰਗੇਤਰ ਨੂੰ ਲੰਬੀ ਉਮਰ ਵਾਲੀ ਹੋਣ ਦੀ ਅਸੀਸ ਦਿੱਤੀ ਤੇ ਉਸ ਆਖਿਆ ਮੈਨੂੰ ਲੰਬੀ ਉਮਰ ਦੀ ਲੋੜ ਨਹੀਂ, ਮੈਂ ਤਾਂ ਇਹ ਦਿਨ ਵੀ ਬੜੀ ਮੁਸ਼ਕਲ ਨਾਲ ਕੱਟ ਰਹੀ ਹਾਂ। ਲੇਖਿਕਾ ਨੇ ਗੱਲ ਬਦਲਣ ਲਈ ਆਖਿਆ ਕਿ ਉਹ ਉਸ ਨਾਲ ਸ਼ਹਿਰ ਚੱਲੇ, ਉਸਦੀ ਭੈਣ ਦਾ ਵਿਆਹ ਹੈ। ਸ਼ਹੀਦ ਦੀ ਮੰਗੇਤਰ ਨੇ ਜਵਾਬ ਦਿੱਤਾ, ਖੁਸ਼ੀਆਂ ਦੇ ਮੌਕੇ ਉਸ ਪਾਸੋਂ ਝੱਲੇ ਨਹੀਂ ਜਾਂਦੇ, ਉਹ ਗਮਾਂ ਤੋਂ ਇੱਕ ਪਲ ਵੀ ਦੂਰ ਨਹੀਂ ਰਹਿ ਸਕਦੀ। ਕਈ ਵਾਰ ਉਹ ਸੋਚਦੀ ਹੈ ਕਿ ਕੋਈ ਆ ਕੇ ਕਹੇ ਉਹ ਮਰੇ ਨਹੀਂ, ਉਹਨਾਂ ਨੂੰ ਫਾਂਸੀ ਨਹੀਂ ਲੱਗੀ, ਉਹ ਜਿਉਂਦੇ ਹਨ, ਜਾਂ ਉਹ ਸੱਚੀ ਹੀ ਆ ਜਾਣ ਤਾਂ ਉਹ ਇਹਨਾਂ ਤਕਦੀਰਾਂ ਨੂੰ ਆਖੇ ਦੂਰ ਨਾ ਖਲੋਵੋ, ਉਹ ਵੀ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ। ਲੇਖਿਕਾ ਨੇ ਉਸ ਨੂੰ ਦੱਸਿਆ ਕਿ ਸਾਡਾ ਦੇਸ਼ ਬਹੁਤ ਉੱਨਤੀ ਕਰ ਰਿਹਾ ਹੈ, ਸਰਦਾਰ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਹਨ, ਉਸ ਨੂੰ ਵੀ ਨਵੇਂ ਚੜ੍ਹੇ ਵਰ੍ਹੇ ਵਿੱਚ ਕੋਈ ਹਿੱਸਾ ਪਾਉਣਾ ਚਾਹੀਦਾ ਹੈ। ਇਹ ਸੁਣ ਕੇ ਉਸ ਦੇ ਮੂੰਹ ਉੱਤੇ ਉਦਾਸੀ ਛਾ ਗਈ ਤੇ ਉਹ ਲੇਖਿਕਾ ਵੱਲ ਤੱਕਣ ਲੱਗ ਪਈ ਜਿਵੇਂ ਉਹ ਕਹਿ ਰਹੀ ਹੋਵੇ, ਪਿਛਲਾ ਵਰ੍ਹਾ ਰੋ ਕੇ ਟੁਰ ਚੱਲਿਆ, ਅਗਲਾ ਵੀ ਖੜਾ ਉਦਾਸ, ਕਿਹੜੇ ਤੇ ਮੁਨੀ ਸਰਾਪਿਆ, ਤੂੰ ਮੁੜ ਨਾ ਪੁੱਛੀ ਬਾਤ। ਲੇਖਿਕਾ ਦੇ ਪੁੱਛਣ 'ਤੇ ਉਹ ਇੱਕ ਵੱਡਾ ਹੌਕਾ ਲੈ ਕੇ ਜਿਵੇਂ ਆਖ ਰਹੀ ਹੋਵੇ ਕਿ ਚਾਨਣੀਆਂ ਰਾਤਾਂ ਉਸ ਨੂੰ ਪੁੱਛਦੀਆਂ ਹਨ, ਤੇਰੀ ਨੀਂਦ ਕਿੱਥੇ ਗਈ ਹੈ ਤੇ ਤੇਰੀ ਸੂਰਤ ਕਿੱਥੇ ਖੋਈ ਗਈ ਹੈ। ਲੇਖਿਕਾ ਨੇ ਉਸ ਦੇ ਮੂੰਹ ਵੱਲ ਤੱਕਿਆ, ਨਾਨਕ ਸਤੀਆ ਜਾਣੀਏ ਜੇ ਬਿਰਹੇ ਚੋਟ ਮਰਨ। ਜਦੋਂ ਇਸ ਤੁਕ ਅੱਗੇ ਲੇਖਿਕਾ ਦਾ ਸਿਰ ਝੁਕਿਆ ਤਾਂ ਉਸ ਦੀ ਨਜ਼ਰ ਮੰਗੇਤਰ ਦੀ ਟੁੱਟੀ ਹੋਈ ਜੁੱਤੀ 'ਤੇ ਪਈ। ਉਸ ਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੰਗੇਤਰ ਨੇ ਦੱਸਿਆ ਕਿ ਉਹ ਭਗਤ ਸਿੰਘ ਜਾਨੀ ਬਹੁਤ ਸੋਹਣਾ ਸੀ, ਸਾਰੇ ਪਿੰਡ ਦੀਆਂ ਕੁੜੀਆਂ ਦੇ ਪ੍ਰਾਹੁਣਿਆਂ ਨਾਲੋਂ ਵੱਧ ਸੋਹਣਾ ਸੀ। ਇਸ ਤਰ੍ਹਾਂ ਗੱਲਾਂ ਕਰਦਿਆਂ ਉਸ ਦਾ ਗਲਾ ਭਰ ਆਇਆ ਤੇ ਉਹ ਆਪਣੇ ਹੱਥਾਂ ਵੱਲ ਵੇਖ ਰਹੀ ਸੀ ਜਿਵੇਂ ਦੇਖ ਰਹੀ ਹੋਵੇ ਕਿ ਉਸ ਦੀ ਕਿਸਮਤ ਕਿਸ ਤਰ੍ਹਾਂ ਲਿਖ ਦਿੱਤੀ ਹੈ। ਲੇਖਿਕਾ ਨੇ ਉਸ ਵੱਲ ਵੇਖਿਆ, ਉਸ ਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਅੱਗ ਬਲ ਰਹੀ ਹੋਵੇ। ਲੇਖਿਕਾ ਨੂੰ ਇਉਂ ਜਾਪ ਰਿਹਾ ਸੀ ਜਿਵੇਂ ਉਹ ਨਾਗਨ ਦਾ ਰੂਪ ਧਾਰਨ ਕਰ ਰਹੀ ਹੋਵੇ ਤੇ ਭਗਤ ਸਿੰਘ ਦੇ ਸਾਰੇ ਕਾਤਲਾਂ ਨੂੰ ਡੱਸ ਰਹੀ ਹੋਵੇ। ਲੇਖਿਕਾ ਨੇ ਉਸ ਦਾ ਦਰਦ ਵੰਡਾਉਂਦਿਆਂ ਆਖਿਆ ਕਿ ਉਸ ਨੂੰ ਉਦਾਸ ਨਹੀਂ ਹੋਣਾ ਚਾਹੀਦਾ, ਸਰਦਾਰ ਭਗਤ ਸਿੰਘ ਕੇਵਲ ਉਸ ਦਾ ਹੀ ਨਹੀਂ ਸੀ ਸਗੋਂ ਸਭ ਦਾ ਸੀ। ਉਸ ਦੇ ਮਰਨ ਦਾ ਦੁੱਖ ਉਸ ਨੂੰ ਹੀ ਨਹੀਂ ਸਗੋਂ ਸਾਰੇ ਦੇਸ਼ ਨੂੰ ਹੈ।
ਇਸ ਤਰ੍ਹਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਲੇਖਿਕਾ ਨੇ ਸੋਚਿਆ ਧਰਤੀ ਆਕਾਸ਼ ਵੀ ਉਸ ਨੂੰ ਤਸੱਲੀ ਦਿੰਦੇ ਹੋਣਗੇ। ਲੇਖਿਕਾ ਇਹ ਸੋਚ ਰਹੀ ਸੀ ਕਿ ਗੱਡੀ ਖੜੀ ਹੋ ਗਈ, ਸਟੇਸ਼ਨ ਆ ਚੁੱਕਾ ਸੀ। ਉਹੀ ਮੰਗਤਾ, ਉਹੀ ਪਹਿਲਾ ਗੀਤ ਜਦੋਂ ਵੀਰ ਭਗਤ ਸਿੰਘ ਦੱਤ ਨੂੰ ਗਾਉਂਦਾ ਹੋਇਆ ਡੱਬੇ ਦੇ ਅੱਗੋਂ ਦੀ ਗੁਜ਼ਰ ਰਿਹਾ ਸੀ।